मेन चैप्टर है साउथ इंडिया स्टेट ਦੱਖਣੀ ਭਾਰਤ ਦੇ ਰਾਜ। ਠੀਕ ਹੈ, ਸੋ ਇਸ ਨੂੰ ਅਸੀਂ ਸਟਾਰਟ ਕਰਦੇ ਹਾਂ। ਦੱਖਣ ਦੇ ਵਿੱਚ ਦਰਅਸਲ ਸਾਊਥ ਦੇ ਵਿੱਚ ਜਿਹੜਾ ਮੇਨ ਕੁਐਸਚਨ ਆਣਾ ਹੈਗਾ ਸਾਨੂੰ ਉਹ ਇਹ ਕੁਐਸਚਨ ਆਣਾ ਕਿ ਸਾਊਥ ਦੇ ਵਿੱਚ ਚੌਲ ਵੰਸ਼ ਕੌਣ ਸੀ। ਦੀ ਚੌਲ ਮਤਲਬ ਚੌਲ ਵੰਸ਼ ਕੌਣ ਸੀ। ਚੌਲ ਜਿਹੜੇ ਸੀਗੇ ਸਾਊਥ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਪਲੇਸ ਦਿੱਤਾ ਜਾਂਦਾ ਸੀਗਾ। ਠੀਕ ਹੈ, ਕਹਿੰਦੇ ਇਹਦੇ ਰਾਜਾ ਸੀਗੇ ਯਾਨੀ ਕਿ ਇਸ ਟਾਈਮ ਪੀਰੀਅਡ ਦੇ ਵਿੱਚ ਜੋ ਕਿੰਗ ਰਹਿੰਦਾ ਸੀ ਨਾਮ ਸੀ ਰਜਿੰਦਰ ਚੌਲ। ਠੀਕ ਹੈ, ਜਿਹੜਾ ਕਿ ਮਤਲਬ ਜਿਸਨੂੰ ਬਹੁਤ ਜ਼ਿਆਦਾ ਮਹਾਨਤਾ ਮਿਲੀ ਹੋਈ ਸੀ, ਇੰਪੋਰਟੈਂਸ ਜਿਹੜੀ ਪਰਸਨ ਦੀ ਬਹੁਤ ਸੀਗੀ। ਸੋ ਕਹਿੰਦੇ ਕਿ ਉਹ ਸਾਊਥ ਦੇ ਵਿੱਚ ਆਰਟ ਲਿਟਰੇਚਰ ਸੰਸਕ੍ਰਿਤ ਕਹਿੰਦੇ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਉਸ ਪਰਸਨ ਨੇ ਇੰਪੋਰਟੈਂਟ ਦਿੱਤੀ ਤੇ ਇਸ ਚੀਜ਼ ਦੀ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਕੀਤੀ। ਠੀਕ, ਸੋ ਕਹਿੰਦੇ ਕਿ ਜਿਹਦੇ ਕਰਕੇ ਚੌਲ ਵੰਸ਼ ਜਿਹੜਾ ਹੈਗਾ ਵਾ ਕਹਿੰਦੇ ਚੌਲ ਵੰਸ਼ ਦੀ ਕਹਿੰਦੇ ਇੱਕ ਇੰਪੋਰਟੈਂਸ ਚੀਜ਼ ਇਹ ਵੀ ਰਹੀ ਹੈ ਕਿ ਉਹ ਇੱਕ ਲੋਕਲ ਇੰਸਟੀਟਿਊਟ ਸੀ। ਲੋਕਲ ਇੰਸਟੀਟਿਊਟ ਸਮਝਦੇ ਹੋ? ਲੋਕਲ ਇੰਸਟੀਟਿਊਟ ਦਾ ਮਤਲਬ ਹੈਗਾ ਕਿ ਜਿਹਦੇ ਤੋਂ ਸਾਨੂੰ ਕੁਝ ਚੀਜ਼ਾਂ ਨੂੰ ਸਿੱਖਣ ਨੂੰ ਮਿਲਦਾ ਵਾ, ਜਿਵੇਂ ਕਲਾ, ਠੀਕ ਹੈ, ਆਰਟ ਲਿਟਰੇਚਰ ਸੰਸਕ੍ਰਿਤ ਸਭ ਚੀਜ਼ਾਂ ਕਹਿੰਦੇ ਸਿੱਖਣ ਨੂੰ ਮਿਲ ਜਾਂਦੀਆਂ ਸੀ ਚੌਲ ਦੇ ਟਾਈਮ ਪੀਰੀਅਡ ਦੇ ਵਿੱਚ, ਬਿਕੋਜ਼ ਇੱਥੇ ਚੀਜ਼ਾਂ ਨੂੰ ਡਿਵੈਲਪ ਕੀਤਾ ਜਾਂਦਾ ਸੀਗਾ। ਠੀਕ ਹੈ, ਉਸ ਤੋਂ ਬਾਅਦ ਹੈਗਾ ਆਰਗਨ ਆਫ ਦਾ ਡਾਇਨੈਸਟੀ ਮਤਲਬ ਵੰਸ਼ ਦੀ, ਡਾਇਨੈਸਟੀ ਮਤਲਬ ਵੰਸ਼। ਠੀਕ, ਡਾਇਨੈਸਟੀ ਕਹਿੰਦੇ ਕਿ ਚੌਲ ਵੰਸ਼ ਦੀ ਉਤਪਤੀ ਕਿੱਦਾਂ ਹੋਈ, ਮਤਲਬ ਚੌਲ ਵੰਸ਼ ਜਿਹੜਾ ਹੈਗਾ ਵਾ ਕਿਸ ਤਰੀਕੇ ਦੇ ਨਾਲ ਸਾਡੇ ਸਾਹਮਣੇ ਆਇਆ। ਪਹਿਲਾਂ ਤਾਂ ਕੁਝ ਲੋਕ ਕਹਿੰਦੇ ਨੇ ਕਿ ਚੌਲ ਸ਼ਬਦ, ਚੌਲ ਜੋ ਵਰਡ ਹੈ ਨਾ ਚੁੱਲ ਵਰਡ ਤੋਂ ਆਇਆ ਵਾ, ਕਿਉਂਕਿ ਚੁੱਲ ਦਾ ਮਤਲਬ ਹੁੰਦਾ ਘੁੰਮਣਾ ਫਿਰਨਾ, ਮੂਵਮੈਂਟ ਕਰਨੀ। ਠੀਕ, ਸੋ ਕਿਉਂਕਿ ਕਹਿੰਦੇ ਇਸ ਜਾਤੀ ਦੇ ਲੋਕ ਇੱਧਰ ਉੱਧਰ ਘੁੰਮਦੇ ਰਹਿੰਦੇ ਸੀਗੇ, ਇਸ ਕਾਸਟ ਦੇ ਲੋਕ ਅਕਸਰ ਹੀ ਘੁੰਮਣਾ ਫਿਰਨਾ ਪਸੰਦ ਕਰਦੇ ਸੀ। ਕੁਝ ਲੋਕ ਕਹਿੰਦੇ ਆ ਕਿ ਸ਼ਾਇਦ ਤਾਂ ਇਹਨਾਂ ਦਾ ਨਾਂ ਚੌਲ ਪੈ ਗਿਆ। ਉਸ ਤੋਂ ਬਾਅਦ ਇਹ ਕਹਿੰਦੇ ਕੁਝ ਲੋਕ ਇਹ ਚੀਜ਼ ਕਹਿੰਦੇ ਸੀਗੇ ਕਿ ਚੁੱਲ ਜੋ ਵਰਡ ਹੈਗਾ ਵਾ, ਨਹੀਂ ਉਹ ਨਹੀਂ, ਬਸ ਚੌਲ ਵੰਸ਼ ਦਾ ਨਾਮ ਹੈ। ਜਿੱਦਾਂ ਕੋਈ ਜੱਟ ਹੁੰਦਾ ਹੈ, ਕੋਈ ਤਰਖਾਣ ਹੁੰਦਾ ਹੈ, ਕੋਈ ਲੋਹਾਰ ਹੁੰਦਾ ਹੈ, ਕੋਈ ਸੁਨਿਆਰ ਹੁੰਦਾ ਹੈ, ਏਦਾਂ ਇੱਕ ਚੌਲ ਵੰਸ਼ ਸੀ। ਠੀਕ ਹੈ, ਚੌਲ ਵਰਡ ਜੋ ਹੈ ਨਾ ਚੁੱਲ ਵਰਡ ਤੋਂ ਕਹਿੰਦੇ ਆਇਆ ਵਾ, ਜਿਹਦਾ ਮੀਨ ਹੈਗਾ ਵਾ ਹੈਡ। ਕੁਝ ਰਾਈਟਰ ਇਹ ਵੀ ਕਹਿੰਦੇ ਨੇ। ਠੀਕ ਹੈ, ਕਿਉਂਕਿ ਕਹਿੰਦੇ ਸਾਊਥ ਦੇ ਜਿਹੜੇ ਲੋਕ ਸੀ ਉਹ ਰਾਜ ਵੰਸ਼ਾਂ ਦੀ ਬਜਾਏ ਜ਼ਿਆਦਾ ਸਿਰ ਕੱਢਵਾਂ ਸੀ, ਇਸ ਲਈ ਉਹਨਾਂ ਦਾ ਨਾਂ ਚੌਲ ਪੈ ਗਿਆ। ਠੀਕ ਹੈ, ਉਸ ਤੋਂ ਬਾਅਦ ਹੈਗਾ ਵਾ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਸ਼ਾਇਦ ਜਿਹੜੇ ਚੌਲ ਸੀ ਨਾ ਉਹ ਖੱਤਰੀ ਫੈਮਿਲੀ ਦੇ ਨਾਲ ਰਿਲੇਟਡ ਸੀਗੇ, ਜਿਹਦੇ ਕਰਕੇ ਉਹਨਾਂ ਦਾ ਨਾਂ, ਉਹ ਆਪਣੇ ਆਪ ਨੂੰ ਯਾਨੀ ਕਿ ਖੱਤਰੀ ਫੈਮਿਲੀ, ਖੱਤਰੀ ਸਮਝਦੇ ਹੋ ਲੋਕ ਨਾ ਲੜਨ ਦੇ ਵਿੱਚ ਬਹੁਤ ਸ਼ੇਰ ਹੁੰਦੇ ਨੇ ਖੱਤਰੀ ਲੋਕ, ਕਹਿੰਦੇ ਸ਼ਾਇਦ ਇਹਨਾਂ ਦਾ ਨਾਂ ਤਾਂ ਚੌਲ ਪੈ ਗਿਆ। ਉਸ ਤੋਂ ਬਾਅਦ ਹੈ ਕਰਿਕਾਲ। ਕਰਿਕਾਲ ਦਾ ਮਤਲਬ ਕੀ ਹੈ, ਕਹਿੰਦੇ ਇਹ ਵੰਸ਼ ਤਾਂ ਸਾਨੂੰ ਵਰਣਨ ਮਹਾਭਾਰਤ, ਅਸ਼ੋਕ ਮਹਾਵੰਸ਼, ਟਾਲਮੀ, ਸੰਗਮ ਬਹੁਤ ਥਾਵਾਂ ਤੋਂ ਮਿਲਦਾ ਵਾ ਕਿ ਇਹ ਸ਼ਾਇਦ ਚੌਲ ਜਿਹੜਾ ਹੈਗਾ ਵਾ ਨਾ, ਇਹਨੂੰ ਸਾਨੂੰ ਬਹੁਤ ਥਾਵਾਂ ਤੋਂ ਇਹ ਵਰਡ ਦੇ ਬਾਰੇ ਵਿੱਚ ਨੌਲੇਜ ਮਿਲਦੀ ਆ, ਮਹਾਭਾਰਤ ਦੇ ਸਮੇਂ ਤੋਂ, ਅਸ਼ੋਕ ਦੇ ਸਮੇਂ ਤੋਂ, ਮਹਾਵੰਸ਼ ਦੇ ਸਮੇਂ ਤੋਂ। ਠੀਕ ਹੈ, ਕਹਿੰਦੇ ਕੁਝ ਲੋਕ ਕਹਿੰਦੇ ਹੈਗੇ ਨੇ ਕਿ ਸ਼ਾਇਦ ਇਹ ਵਰਡ ਜਿਹੜਾ ਹੈਗਾ ਨਾ ਕਰਿਆਲ ਤੋਂ ਆਇਆ ਹੈਗਾ ਵਾ, ਮਤਲਬ ਕਰਿਆਲ ਦੇ ਕਾਲ ਤੋਂ ਆਇਆ ਹੈਗਾ ਵਾ। ਠੀਕ ਹੈ, ਕਹਿੰਦੇ ਇਸ ਤਰ੍ਹਾਂ ਕੁਝ ਲੋਕ ਕਹਿੰਦੇ ਨੇ ਕਿ ਪਾਂਡੇ ਤੇ ਚੇਰ ਆਦਿ 11 ਰਾਜਿਆਂ ਨੂੰ ਹਰਾਇਆ ਸੀਗਾ, ਕਿਉਂਕਿ ਇਹ ਲੋਕ ਜਿਹੜੇ ਸੀਗੇ ਮੈਂ ਆਲਰੇਡੀ ਬੋਲਿਆ ਬਹੁਤ ਸ਼ਕਤੀਸ਼ਾਲੀ ਹੁੰਦੇ ਸੀ, ਬਹੁਤ ਲੜਾਕੇ ਕਿਸਮ ਦੇ ਹੁੰਦੇ ਸੀਗੇ। ਕਹਿੰਦੇ ਇਹ ਲੋਕ ਬਹਾਦਰ ਬਹੁਤ ਸੀਗੇ, ਜਿਹਦੇ ਕਰਕੇ ਇਹਨੇ 11 ਰਾਜਿਆਂ ਨੂੰ ਹਰਾ ਕੇ ਲੰਕਾ ਨੂੰ ਜਿੱਤ ਕੇ 12,000 ਲੋਕਾਂ ਨੂੰ ਗੁਲਾਮ ਬਣਾ ਕੇ ਸੋ ਕਹਿੰਦੇ ਕਿ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਇਆ ਸੀ। ਠੀਕ ਹੈ, ਵਿਜਯਾਲਿਆ, ਵਿਜਯਾਲਿਆ ਕਹਿੰਦੇ ਸੰਭਵ ਤੌਰ ਤੇ ਪੱਲਵ ਸ਼ਾਸਕ ਦੇ ਅਧੀਨ 8050 ਤੋਂ ਇਹ ਸਮੰਤ ਸੀ। ਮਤਲਬ ਕਹਿੰਦੇ ਵਿਜਯਾਲਿਆ ਕੌਣ ਸੀ, ਅਸੀਂ ਕਹਿਣਾ ਵਿਜਯਾਲਿਆ ਜਿਹੜੇ ਲੋਕ ਸੀ ਇਹ ਸਮੰਤ ਸੀ। ਯਾਦ ਹੋਵੇ ਤਾਂ ਮੈਂ ਤੁਹਾਨੂੰ ਕਰਵਾਇਆ ਸੀ ਨਾ ਕਿ ਸਮੰਤ ਕਿਹਨਾਂ ਨੂੰ ਕਿਹਾ ਜਾਂਦਾ ਹੈਗਾ ਵਾ, ਸਮੰਤ ਲੋਕ ਉਹਨਾਂ ਨੂੰ ਕਿਹਾ ਜਾਂਦਾ ਵਾ ਜਿਹੜੇ ਲੋਕਾਂ ਨੂੰ ਜ਼ਮੀਨ ਵਗੈਰਾ ਥੋੜੀ ਬਹੁਤੀ ਦੇ ਦਿੱਤੀ ਜਾਂਦੀ, ਉਹਨਾਂ ਚੋਂ ਟੈਕਸ ਵਗੈਰਾ ਇਕੱਠੇ ਕਰਦੇ ਆ, ਹਨਾ। ਇੱਕ ਸੈਕਿੰਡ ਬੇਟਾ।
ਕਹਿੰਦੇ ਕਿ ਵਿਜयाਲਿਆ ਜਿਹੜੇ ਸੀ ਸਮੰਤ ਸੀਗੇ, ਪਰ ਕਹਿੰਦੇ ਇਹਨਾਂ ਨੇ ਕੀ ਕੀਤਾ ਸੀ, ਲਾਭ ਉਠਾਇਆ ਸੀਗਾ। ਪਹਿਲਾਂ ਤਾਂ ਪੱਲਵਾਂ ਦਾ ਰਾਜ ਸੀਗਾ, ਠੀਕ ਹੈ। ਸੋ ਪਹਿਲਾਂ ਪੱਲਵਾਂ ਦਾ ਰਾਜ ਸੀ, ਲੇਕਿਨ ਇਹਨਾਂ ਨੇ ਲਾਭ ਉਠਾਇਆ। ਇਹਨਾਂ ਨੇ ਕੀ ਕੀਤਾ, ਆਪਣੇ ਆਪ ਨੂੰ ਫਰੀडम ਦੇ ਵਿੱਚ ਰਾਜਾ ਐਲਾਨ ਕਰ ਦਿੱਤਾ ਕਿ ਅਸੀਂ ਫਰੀडम ਦੇ ਵਿੱਚ ਹਾਂ। ਕਹਿੰਦੇ ਉੱਥੇ ਉਸਨੇ ਦੁਰਗਾ ਮਾਤਾ ਦਾ ਇੱਕ ਸੁੰਦਰ ਮੰਦਿਰ ਵੀ ਬਣਵਾਇਆ। ਕਹਿੰਦਾ ਏਦਾਂ ਮੰਨਿਆ ਜਾਂਦਾ ਵਾ 8050 ਤੋਂ ਲੈ ਕੇ 8070 ਤੱਕ ਤਜੋੜ ਦੇ ਵਿੱਚ ਇਹਨਾਂ ਵਿਜयाले ਲੋਕਾਂ ਨੇ ਰੂਲ ਕੀਤਾ। ਉਸ ਤੋਂ ਬਾਅਦ ਹੈ ਆਦਿਤਿਆਲਿਆ, ਠੀਕ ਹੈ, ਆਦਿਤਿਆ ਪਹਿਲਾ। ਕਹਿੰਦੇ ਆਦਿਤਿਆ ਵਿਜयालिया ਦੇ ਪੁੱਤਰ ਦਾ ਨਾਮ ਸੀ ਆਦਿਤਿਆ। ਕਹਿੰਦੇ ਜਦੋਂ ਇਹ ਆਪਣੇ ਟਾਈਮ ਪੀਰੀਅਡ ਦੇ ਵਿੱਚ ਆਇਆ, ਇਸਨੇ ਵੀ ਬਹੁਤ ਸਾਰੇ ਇਲਾਕਿਆਂ ਦੇ ਉੱਤੇ ਵਿਨਰ ਪਰਸਨ ਬਣਿਆ ਤੇ ਕਈ ਸ਼ਿਵ ਮੰਦਿਰਾਂ ਦਾ ਇਹਨੇ ਨਿਰਮਾਣ ਕੀਤਾ। ਉਸ ਤੋਂ ਬਾਅਦ ਹੈਗਾ ਪਰਾਤਕ ਪਹਿਲਾ। ਅੱਛਾ, ਜਿਹੜੇ ਮੈਂ ਹੁਣ ਕਰਿਆਲ, ਵਿਜयाल, ਆਦਿਤਿਆ ਬੋਲ ਰਹੀ ਹਾਂ, ਇਹ ਕੌਣ ਨੇ? ਇਹ ਚੌਲ ਵੰਸ਼ ਨੇ, ਜਿਹੜੇ ਆਏ ਵੱਖਰੇ ਵੱਖਰੇ ਇਲਾਕਿਆਂ ਤੇ ਆਪਣਾ ਕੰਟਰੋਲ ਕੀਤਾ, ਆਪਣੇ ਰਾਜ ਨੂੰ ਹੋਰ ਵੀ ਜ਼ਿਆਦਾ ਅੱਗੇ ਵਧਾਇਆ। ਜਸਟ ਤੁਸੀਂ ਇੰਨਾ ਕੁ ਯਾਦ ਰੱਖਣਾ ਵਾ। ਪਹਿਲਾਂ ਮੈਂ ਕਰਿਆਲ ਬੋਲਿਆ, ਇਹ ਪਰਸਨ ਜਿਹੜਾ ਹੈਗਾ ਆਇਆ। ਉਸ ਤੋਂ ਬਾਅਦ ਵਿਜयाल ਆਇਆ, ਉਸ ਤੋਂ ਬਾਅਦ ਆਦਿਤਿਆ ਆਇਆ, ਉਸ ਤੋਂ ਬਾਅਦ ਪਰਾਤਕ ਆਇਆ, ਠੀਕ ਹੈ। ਪਰਾਤਕ ਪਰਸਨ ਆਇਆ, ਇਹਨੇ ਵੀ ਆਪਣੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਹੈਗਾ ਵਾ ਸ਼ਾਸਨ ਕੀਤਾ ਸੀਗਾ। ਉਸ ਤੋਂ ਬਾਅਦ ਹੈਗਾ ਵਾ ਕਹਿੰਦੇ ਆਦਿਤਿਆ ਦਾ ਜਿਹੜਾ ਪੁੱਤਰ ਮਤਲਬ ਆਦਿਤਿਆ ਦਾ ਜਿਹੜਾ ਸਨ ਸੀ, ਉਹਦਾ ਨਾਂ ਸੀ ਪਰਾਤਕ। ਕਹਿੰਦੇ ਇਹਨੇ ਵੀ ਚੌਲ ਵੰਸ਼ ਦੇ ਟਾਈਮ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਇਹ ਪਰਸਨ ਫੇਮਸ ਰਿਹਾ ਤੇ ਬਹੁਤ ਇਹਨੇ ਡਿਵੈਲਪਮੈਂਟ ਵੀ ਕੀਤੀ, ਨੋ ਡਾਊਟ। ਕਹਿੰਦੇ ਉਸਨੇ ਪਾਂਡਿਆ ਨਰੇਸ਼ ਨੂੰ ਹਰਾਤਾ ਸੀਗਾ। ਕਿਹਨੂੰ ਹਰਾਇਆ ਸੀ? ਪਾਂਡਿਆ ਨਰੇਸ਼ ਨੂੰ ਹਰਾ ਦਿੱਤਾ ਸੀ। ਬਾਅਦ ਵਿੱਚ ਕਹਿੰਦੇ ਕਿ ਪਾਂਡਿਆ ਅਤੇ ਲੰਕਾ ਦੀਆਂ ਜਿਹੜੀਆਂ ਸੈਨਾਵਾਂ ਸੀ ਉਹਨੂੰ ਵੀ ਹਰਾ ਦਿੱਤਾ ਸੀਗਾ। ਪਰ ਕਹਿੰਦੇ ਰਾਸ਼ਟਰਕੂਟ ਨਰੇਸ਼ ਤੋਂ ਖੁਦ ਹਾਰ ਗਿਆ ਸੀ। ਮਤਲਬ ਇੱਥੇ ਕੁਝ ਪਰਸਨਸ ਦੇ ਨਾਮ ਬੋਲੇ ਗਏ ਜਿਨ੍ਹਾਂ ਨੂੰ ਹਰਾਇਆ ਸੀ, ਤੇ ਰਾਸ਼ਟਰਕੂਟ ਉਹ ਪਰਸਨ ਸੀ ਜਿਹਦੇ ਕੋਲੋਂ ਉਹ ਖੁਦ ਹਾਰ ਗਿਆ ਸੀ, ਠੀਕ ਹੈ। ਕਹਿੰਦੇ ਇਸ ਤਰ੍ਹਾਂ ਉਹਦੀ ਹਾਰ ਹੋਈ, ਬਾਅਦ ਵਿੱਚ ਉਹਦੀ ਡੈਥ ਹੋ ਗਈ। ਕਹਿੰਦੇ ਉਸ ਤੋਂ 30 ਸਾਲਾਂ ਤੋਂ ਬਾਅਦ ਜਿਹੜਾ ਚੌਲ ਦਾ ਟਾਈਮ ਪੀਰੀਅਡ ਹੈ ਨਾ, ਉਹ ਖਤਮ ਹੋਣਾ ਸਟਾਰਟ ਹੋ ਗਿਆ ਸੀ, ਠੀਕ ਹੈ। ਸੋ ਕਹਿੰਦੇ ਕਿ ਉਸ ਤੋਂ ਬਾਅਦ ਹੈਗਾ ਰਾਜ ਪਹਿਲਾ, ਠੀਕ ਹੈ। ਸੋ ਇਹਨਾਂ ਦੇ ਨਾਮ ਨੇ, ਥੋੜਾ ਬਹੁਤੀ ਦਿੱਕਤ ਵਾਲੀ ਗੱਲ ਨਹੀਂ ਆ, ਪਰਸਨ ਦੇ ਬਸ ਨਾਮ ਯਾਦ ਰੱਖ ਲਿਓ। ਉਸ ਤੋਂ ਬਾਅਦ ਇਹ ਦੇਖ ਲਿਓ ਕਿ ਕਿਹੜੇ ਕਿਹੜੇ ਏਰੀਆ ਦੇ ਵਿੱਚ ਉਹਦਾ ਕੰਟਰੋਲ ਸੀ, ਬਸ, ਠੀਕ ਹੈ। ਰਾਜ ਪਹਿਲਾਂ ਕਹਿੰਦੇ ਕਿ 1985 ਦੇ ਵਿੱਚ ਪਰਾਤਕ, ਹੁਣ ਪਰਾਤਕ ਦਾ ਜਿਹੜਾ ਪਰਾਤਕ ਦਾ ਜਿਹੜਾ ਸਨ ਸੀਗਾ, ਕਹਿੰਦੇ ਉਹ ਪੋਜੀਸ਼ਨ ਦੇ ਉੱਤੇ ਬੈਠਾ ਸੀਗਾ। ਕਹਿੰਦੇ ਉਹਨੇ ਬਹੁਤ ਸਾਰੇ ਰਾਜਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਕੀਤਾ ਸੀ, ਸੰਸਕ੍ਰਿਤ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਸੀਗੀ, ਠੀਕ ਹੈ। ਸੋ ਕਹਿੰਦੇ 27 ਸਾਲਾਂ ਤੱਕ ਮਤਲਬ ਉਹਨੇ ਬਹੁਤ ਸਾਰੇ ਏਰੀਆ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਸੀਗਾ। ਕਹਿੰਦੇ ਈਵਨ ਕਿ ਉਹਨੇ ਬਹੁਤ ਸਾਰੀ ਮਿਲਟਰੀ ਜਿਹੜੀ ਸੀਗੀ ਉਹਨੂੰ ਮਤਲਬ ਬਹੁਤ ਅੱਛੇ ਤਰੀਕੇ ਦੇ ਨਾਲ ਉਹਨੇ ਸਟੇਬਲ ਕੀਤਾ ਸੀਗਾ, ਠੀਕ ਹੈ। ਬਹੁਤ ਸਾਰੇ ਇਲਾਕਿਆਂ ਦੇ ਉੱਤੇ ਅਧਿਕਾਰ ਕੀਤਾ ਸੀ, ਲੰਕਾ ਦੇ ਉੱਤੇ ਅਧਿਕਾਰ ਕੀਤਾ ਸੀਗਾ। ਕਹਿੰਦੇ ਉਸ ਤੋਂ ਬਾਅਦ ਹੈਗਾ ਵਾ ਤੁੰਗਭਦਰਾ ਨਦੀ ਤੋਂ ਲੈ ਕੇ ਸਾਊਥ ਦੇ ਵਿੱਚ ਕੰਨਿਆ ਕੁਮਾਰੀ ਤੱਕ ਸਾਰੇ ਇਲਾਕੇ ਨੂੰ ਆਪਣੇ ਕੰਟਰੋਲ 'ਚ ਕੀਤਾ ਸੀ। ਲੇਕਿਨ ਕਹਿੰਦੇ ਉਹਨਾਂ ਦੀ ਇੱਕ ਫੇਮਸ ਚੀਜ਼ ਸੀ, ਉਹ ਇਹ ਸੀਗੀ ਕਿ ਉਹਨਾਂ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਹਰ ਚੀਜ਼ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ, ਸਪੈਸ਼ਲੀ ਲਿਟਰੇਚਰ ਨੂੰ, ਆਰਟ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ, ਠੀਕ ਹੈ। ਅਗਰ ਤੁਹਾਨੂੰ ਆਂਦਾ ਹੈਗਾ ਵਾ ਕਿ ਚੌਲ ਦੇ ਟਾਈਮ ਪੀਰੀਅਡ ਦਾ ਐਡਮਿਨਿਸਟ੍ਰੇਸ਼ਨ ਦੋ, ਤੁਸੀਂ ਐਡਮਿਨਿਸਟ੍ਰੇਸ਼ਨ ਹੀ ਦੇਣਾ ਹੈ। ਲੇਕਿਨ ਥੋੜਾ ਜਿਹਾ ਪਹਿਲਾਂ ਚੌਲ ਦਾ ਜੋ ਟਾਈਮ ਪੀਰੀਅਡ ਹੈ, ਕਿ ਚੌਲ ਦਾ ਜੋ ਟਾਈਮ ਪੀਰੀਅਡ ਕਿੱਥੋਂ ਸਟਾਰਟ ਹੋਇਆ ਸੀ, ਕਿਹੜੇ ਕਿਹੜੇ ਪਰਸਨ ਆਏ, ਥੋੜਾ ਜਿਹਾ ਇੰਟਰੋਡਕਸ਼ਨ ਉਹਦੀ ਦੇਣ ਤੋਂ ਬਾਅਦ ਕੁਐਸਚਨ ਜਸਟ ਤੁਹਾਨੂੰ ਇਹੀ ਆਣਾ ਹੈ ਕਿ ਚੌਲ ਐਡਮਿਨਿਸਟ੍ਰੇਸ਼ਨ ਲਿਖੋ। ਕਿਉਂਕਿ ਮੈਂ ਤੁਹਾਨੂੰ ਇੱਕ ਚੀਜ਼ ਪਹਿਲਾਂ ਵੀ ਦੱਸੀ, ਹੁਣ ਵੀ ਦੱਸ ਰਹੀ ਹਾਂ ਕਿ ਚੌਲ ਦੇ ਟਾਈਮ ਪੀਰੀਅਡ ਦੇ ਵਿੱਚ ਆਰਟ, ਲਿਟਰੇਚਰ ਤੇ ਐਡਮਿਨਿਸਟ੍ਰੇਸ਼ਨ ਉਹਨਾਂ ਦਾ ਬਹੁਤ ਡਿਵੈਲਪ ਹੋਇਆ ਸੀ। ਸੋ ਕੁਐਸਚਨ ਵੀ ਐਡਮਿਨਿਸਟ੍ਰੇਟਿਵ ਦੇ ਬਾਰੇ ਵਿੱਚ ਹੀ ਆਣਾ ਵਾ। ਚਲੋ ਕਰਦੇ ਹਾਂ। ਕਹਿੰਦੇ ਚੌਲ ਨਾ ਸਿਰਫ ਆਪਣੇ ਟਾਈਮ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਮਹਾਨ ਪਰਸਨ ਸੀ, ਬਲਕਿ ਉਹਨਾਂ ਨੇ ਹਰ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਆਪਣੇ ਆਪ ਨੂੰ ਡਿਵੈਲਪ ਕਰਨ ਦੇ ਬਾਰੇ ਵਿੱਚ ਕੰਮ ਕੀਤਾ। ਸੋ ਕਹਿੰਦੇ ਕਿ ਇਸ ਦੇ ਨਾਲ ਨਾਲ ਉਹਨਾਂ ਨੇ ਮਤਲਬ ਬਹੁਤ ਜਿਹੜੇ ਚੌਲ ਦਾ ਟਾਈਮ ਪੀਰੀਅਡ ਸੀਗਾ, ਕਹਿੰਦੇ ਉਹਨੇ ਆਪਣੇ ਡਿਪਾਰਟਮੈਂਟ ਨੂੰ ਨਾ ਵੱਖਰੇ ਵੱਖਰੇ ਪਾਰਟ ਦੇ ਵਿੱਚ ਡਿਵਾਈਡ ਕੀਤਾ ਸੀ। ਈਵਨ ਕਿ ਉਹਨਾਂ ਨੇ ਪਿੰਡ ਹੋ ਗਏ, ਨਗਰ ਹੋ ਗਏ, ਕਹਿੰਦੇ ਉਹਨਾਂ ਨੂੰ ਵੀ ਡਿਸਟਰੀਬਿਊਟ ਕੀਤਾ ਹੋਇਆ ਸੀ। ਈਵਨ ਕਿ ਪਿੰਡਾਂ ਦੇ ਮਾਮਲੇ ਦੇ ਵਿੱਚ ਚੌਲ ਬਹੁਤੀ ਦਖਲ ਅੰਦਾਜ਼ੀ ਨਹੀਂ ਸੀ ਕਰਦੇ,
ਠੀਕ ਹੈ। ਪਿੰਡਾਂ ਦੇ ਮਾਮਲੇ ਵਿੱਚ ਚੌਲ ਕੀ ਕਰਦੇ ਸੀ, ਬਹੁਤੀ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਸੀ ਕਰਦੇ। ਸੋ ਕਹਿੰਦੇ ਇਹਨਾਂ ਦੇ ਕਰਕੇ, ਕਿਉਂਕਿ ਹੁਣ ਜਿਹੜੇ ਚੌਲ ਸੀਗੇ ਬਹੁਤਾ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਸੀ ਕਰਦੇ ਉਸ ਟਾਈਮ ਪੀਰੀਅਡ ਦੇ ਵਿੱਚ। ਸੋ ਅਸੀਂ ਇਹੀ ਚੀਜ਼ਾਂ ਕਵਾਂਗੇ ਕਿ ਚੌਲ ਜਿਹੜੇ ਸੀਗੇ ਉਹ ਆਪਣੇ ਆਪ ਨੂੰ ਡਿਵੈਲਪ ਕਰਨਾ ਚਾਹੁੰਦੇ ਸੀ, ਲੇਕਿਨ ਦੂਜਿਆਂ ਦੇ ਉੱਤੇ ਬਹੁਤਾ ਜ਼ਿਆਦਾ ਹਾਵੀ ਉਹ ਪਰਸਨ ਨਹੀਂ ਸੀ ਰਹਿੰਦੇ। ਕਹਿੰਦੇ ਪੋਜੀਸ਼ਨ ਆਫ ਦਾ ਕਿੰਗ, ਕਹਿੰਦੇ ਕਿੰਗ ਦੀ ਪੋਜੀਸ਼ਨ ਕਿੱਦਾਂ ਦੀ ਸੀ, ਅਸੀਂ ਕਵਾਂਗੇ ਕਿੰਗ ਜਿਹੜਾ ਪਰਸਨ ਸੀਗਾ ਬਹੁਤ ਲੋਇਲਟੀ ਵਾਲੇ ਤਰੀਕੇ ਦੇ ਨਾਲ ਉਹ ਪਰਸਨ ਰਹਿੰਦਾ ਸੀਗਾ। ਵੱਡੇ ਵੱਡੇ ਜਿਹੜੇ ਸੀਗੇ ਕਹਿ ਲਓ ਕਿ ਯੱਗ ਵਗੈਰਾ ਕਰਵਾਉਂਦਾ ਸੀ। ਬਹੁਤ ਸਾਰੇ ਇਲਾਕੇ ਜਿਵੇਂ ਕਿ ਕਹਿ ਲਓ ਕਿ ਤੰਜੋਰ ਹੋ ਗਿਆ, ਮੁੰਡੋ ਕੋਡਨ ਹੋ ਗਿਆ, ਕਾਂਚੀ ਹੋ ਗਿਆ, ਇਹਨਾਂ ਸਾਰਿਆਂ ਨੂੰ ਆਪਣੀ ਕੈਪੀਟਲ ਬਣਾਇਆ ਹੋਇਆ ਸੀਗਾ। ਲਾਈਫ ਸਟਾਈਲ ਉਹਨਾਂ ਦਾ ਬਹੁਤ ਅੱਛਾ ਸੀਗਾ। ਠੀਕ ਹੈ। ਕਹਿੰਦੇ ਉਹਨਾਂ ਦੇ ਵਿੱਚ ਜਿੰਨੇ ਵੀ ਪਰਸਨ ਨੈਕਸਟ ਕੋਈ ਬੰਦਾ ਸੀਗਾ ਰਾਜਾ ਜਾਂ ਮਹਾਰਾਜਾ, ਉਹਨੂੰ ਯੁਵਰਾਜ ਬੋਲਿਆ ਜਾਂਦਾ ਸੀਗਾ। ਰਜਿੰਦਰ ਚੌਲ ਜਿਹੜਾ ਪਰਸਨ ਸੀਗਾ, ਕਹਿੰਦੇ ਰਜਿੰਦਰ ਚੌਲ ਜਿਹੜਾ ਪਰਸਨ ਸੀਗਾ ਉਹ ਕਾਫੀ ਜ਼ਿਆਦਾ ਕਹਿ ਲਓ ਕਿ ਯੋਗ ਪਰਸਨ ਸੀਗਾ, ਬਹੁਤ ਜ਼ਿਆਦਾ ਏਬਲ ਪਰਸਨ ਸੀ, ਕੈਪੇਬਲ ਪਰਸਨ ਸੀ। ਕਹਿੰਦੇ ਜਦੋਂ ਤੱਕ ਤਾਂ ਉਹ ਆਪਣੇ ਟਾਈਮ ਪੀਰੀਅਡ ਦੇ ਵਿੱਚ ਰਿਹਾ, ਉਹਨੇ ਸੈਨਿਕ ਯਾਨੀ ਕਿ ਮਿਲਟਰੀ ਦੇ ਬੇਸ ਤੇ ਬਹੁਤ ਜ਼ਿਆਦਾ ਕੰਮ ਕੀਤੇ, ਮਤਲਬ ਟ੍ਰੇਨਿੰਗ ਵਗੈਰਾ ਦੇਣ ਦਾ ਕੰਮ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਕੀਤਾ। ਕਹਿੰਦੇ ਕਿ ਮੋਸਟਲੀ ਤਾਂ ਉਹ ਲੋਕ ਇਸ ਤਰ੍ਹਾਂ ਹੀ ਕਰਦੇ ਸੀਗੇ ਕਿ ਆਪਣੇ ਤੋਂ ਬਾਅਦ ਆਪਣੇ ਵੱਡੇ ਪੁੱਤਰ ਨੂੰ ਪੋਜੀਸ਼ਨ ਦੇ ਦੇਣਾ। ਸਮ ਟਾਈਮ ਕਹਿੰਦੇ ਜਦੋਂ ਉਹਨਾਂ ਨੂੰ ਲੱਗਦਾ ਸੀਗਾ ਕਿ ਨਹੀਂ, ਉਹਨਾਂ ਦਾ ਜਿਹੜਾ ਵੱਡਾ ਪੁੱਤਰ ਹੈਗਾ ਅੱਛੇ ਤਰੀਕੇ ਦੇ ਨਾਲ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਸਾਂਭ ਸਕਦਾ, ਤੇ ਛੋਟੇ ਪੁੱਤਰ ਨੂੰ ਪੋਸਟ ਦੇ ਦਿੰਦੇ ਹੁੰਦੇ ਸੀ। ਲੇਕਿਨ ਹਾਂ, ਕਹਿੰਦੇ ਟ੍ਰੇਨਿੰਗ ਹੋ ਗਈ, ਮਿਲਟਰੀ ਵਿੱਚ ਕੰਮ ਹੋ ਗਿਆ, ਇਹ ਉਹ ਸਾਰੇ ਆਪਣੇ ਪੁੱਤਰਾਂ ਨੂੰ ਦੇ ਦਿੰਦੇ ਸੀ, ਕਿਉਂਕਿ ਰਾਜੇ ਮਹਾਰਾਜਿਆਂ ਦੇ ਤਾਂ ਇੰਨੀਆਂ ਸ਼ਾਦੀਆਂ ਹੋਈਆਂ ਹੁੰਦੀਆਂ ਸੀ, ਹੈ ਨਾ। ਸੋ ਕਹਿੰਦੇ ਟ੍ਰੇਨਿੰਗ ਜਾਂ ਰਾਜਪਾਟ ਵਿੱਚ ਹਿੱਸਾ ਉਹ ਸਭ ਨੂੰ ਦਿੰਦੇ ਸੀ, ਜਿਹਦੇ ਕਰਕੇ ਲੜਾਈ ਝਗੜੇ ਦਾ ਜਿਹੜਾ ਕੰਮ ਸੀਗਾ ਨਾ ਉਹ ਘੱਟ ਹੁੰਦਾ ਸੀ। ਇੱਕ ਉਸ ਟਾਈਮ ਪੀਰੀਅਡ ਦੇ ਵਿੱਚ ਨਾ ਦਰਬਾਰ ਦੇ ਵਿੱਚ ਰਾਜੇ ਤੇ ਰਾਣੀ ਦੀਆਂ ਨਾ ਮੂਰਤੀਆਂ ਬਣਾ ਕੇ ਲਗਾਈਆਂ ਜਾਂਦੀਆਂ ਸੀ। ਉਹ ਤਾਂ ਲਗਾਈਆਂ ਜਾਂਦੀਆਂ ਸੀ ਕਿਉਂਕਿ ਕਹਿੰਦੇ ਸ਼ਾਇਦ ਸਾਨੂੰ ਇਹਨਾਂ ਤੋਂ ਪਤਾ ਲੱਗਦਾ ਵਾ ਕਿ ਉਹ ਸ਼ਾਇਦ ਨਾ ਡੈਵਲ ਰਾਈਟ ਆਫ ਕਿੰਗ ਜਾਂ ਕੁਈਨ, ਕਿ ਮਤਲਬ ਕਿ ਰਾਜਾ ਜਾਂ ਰਾਣੀ ਦੇ ਜਿਹੜੇ ਦੇਵੀ ਅਧਿਕਾਰ ਨੇ ਉਹਨਾਂ ਦੇ ਵਿੱਚ ਲੋਕ ਵਿਸ਼ਵਾਸ ਰੱਖਦੇ ਸੀ। ਅੱਛਾ, ਡੈਵਲ ਰਾਈਟ ਆਫ ਕਿੰਗ ਦਾ ਮਤਲਬ ਹੈ ਜਿੱਦਾਂ ਰਾਜਾ ਤੇ ਰਾਣੀ ਨੂੰ ਦੇਵਤਿਆਂ ਦੀ ਤਰ੍ਹਾਂ ਪੂਜਣਾ। ਠੀਕ ਹੈ। ਰਾਜਾ ਰਾਣੀ ਨੂੰ ਕਿਸ ਤਰ੍ਹਾਂ ਪੂਜਣਾ ਹੈਗਾ ਵਾ, ਦੇਵਤਿਆਂ ਦੀ ਤਰ੍ਹਾਂ ਪੂਜਣਾ। ਸੋ ਕਹਿੰਦੇ ਇਹਨਾਂ ਚੀਜ਼ਾਂ 'ਚ ਉਹ ਬਿਲੀਵ ਰੱਖਦੇ ਸੀਗੇ। ਕਹਿੰਦੇ ਮੋਸਟਲੀ ਜਿਹੜਾ ਰਾਜਾ ਹੁੰਦਾ ਸੀ ਨਾ, ਕਹਿੰਦੇ ਉਹ ਨਿਆਂ ਕਰਨ ਦਾ ਕੰਮ ਕਰਦਾ ਸੀਗਾ, ਅੱਛੇ ਤਰੀਕੇ ਦਾ ਨਿਆਂ ਕਰਦਾ ਸੀਗਾ। ਹਾਇਰ ਪੋਸਟ ਤੇ ਵਿਅਕਤੀਆਂ ਨੂੰ ਅਪੁਆਇੰਟ ਵੀ ਕਰਦਾ ਸੀ, ਉਸ ਤੋਂ ਇਲਾਵਾ ਵਿਅਕਤੀਆਂ ਨੂੰ ਸਜ਼ਾ ਵੀ ਦਿੰਦਾ ਸੀਗਾ। ਕਹਿੰਦੇ ਈਵਨ ਕਿ ਚੌਲ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਤਾਂ ਸਮੁੰਦਰ ਦੇ ਵਿੱਚ ਵੀ ਇੰਨੀ ਅੱਛੀ ਮਿਲਟਰੀ ਰੱਖੀ ਹੋਈ ਸੀਗੀ ਕਿ ਮਤਲਬ ਚੌਲ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਇੰਨੀ ਅੱਛੀ ਮਿਲਟਰੀ ਰੱਖੀ ਹੋਈ ਸੀ ਕਿ ਜਿੱਦਾਂ ਅਸੀਂ ਕਹਿ ਦਿੰਦੇ ਹਾਂ ਕਿ ਲੰਕਾ, ਜਾਵਾ, ਮਲਈਆ, ਅੰਡੇਮਾਨ, ਹੁਣ ਤੁਸੀਂ ਇੱਕ ਗੱਲ ਸੋਚੋ, ਇਹ ਸਾਰੇ ਇਲਾਕੇ ਤਾਂ ਸਮੁੰਦਰ ਤੋਂ ਪਾਰ ਨੇ। ਜਦ ਮੈਂ ਤੁਹਾਨੂੰ ਇਹ ਚੀਜ਼ ਬੋਲਦੀ ਹਾਂ ਕਿ ਇਹਨਾਂ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਐਫਰਟਸ ਕੀਤੇ, ਇਹਦਾ ਮਤਲਬ ਆ ਕਿ ਉਸ ਟਾਈਮ ਪੀਰੀਅਡ ਤੋਂ ਜਹਾਜ਼ ਵਗੈਰਾ ਚੱਲਦੇ ਹੋਣਗੇ, ਜਿਹਦੇ ਕਰਕੇ ਲੋਕ ਮਤਲਬ ਈਜ਼ੀਲੀ ਵੇ ਦੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚ ਗਏ ਸੀ। ਇਸ ਲਈ ਚੌਲ ਦਾ ਟਾਈਮ ਪੀਰੀਅਡ ਥੋੜਾ ਜਿਹਾ ਇੰਨਾ ਕੁ ਯਾਦ ਰੱਖਣਾ ਕਿ ਚੌਲ ਦੇ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹਨਾਂ ਨੇ ਸਮੁੰਦਰ ਦੇ ਬਾਰੇ ਵਿੱਚ ਕਾਫੀ ਜ਼ਿਆਦਾ ਨੌਲੇਜ ਇਕੱਠੀ ਕਰ ਲਈ ਸੀ। ਠੀਕ। ਉਸ ਤੋਂ ਬਾਅਦ ਹੈਗਾ ਉੱਚ ਸਰਕਾਰੀ ਅਧਿਕਾਰੀ, ਹਾਈ ਗਵਰਨਮੈਂਟ ਆਫਿਸਿਸ। ਠੀਕ ਹੈ। ਮਤਲਬ ਕਹਿੰਦੇ ਕਿ ਚੌਲਾਂ ਦੇ ਟਾਈਮ ਪੀਰੀਅਡ ਦੇ ਵਿੱਚ ਬਹੁਤ ਅੱਛਾ ਜਿਹੜਾ ਸੀਗਾ ਸਿਸਟਮ ਚਲਾਇਆ ਜਾਂਦਾ ਸੀਗਾ। ਰਾਜੇ ਜਿਹੜੇ ਸੀ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਦੇ ਸੀ, ਆਪਣੇ ਕੰਮਾਂ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਨੇ ਸਫਲਤਾ ਵੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਕਹਿੰਦੇ ਮੰਤਰੀ ਹੋ ਗਏ, ਸੰਚਿਵ ਹੋ ਗਏ, ਇਹਨਾਂ ਨੂੰ ਹਾਇਰ ਪੋਸਟ ਦੇ ਉੱਤੇ ਅਪੁਆਇੰਟ ਕੀਤਾ ਗਿਆ ਸੀਗਾ, ਜਿਹੜਾ ਕਿ ਸਾਰੇ ਸਿਸਟਮ ਨੂੰ ਦੇਖਦੇ ਆ। ਠੀਕ ਹੈ। ਜਦੋਂ ਕਦੇ ਤੁਹਾਨੂੰ ਆ ਜਾਵੇ ਨਾ ਹਾਈ ਗਵਰਨਮੈਂਟ ਆਫਿਸਿਸ, ਨੋਰਮਲ ਜੀ ਗੱਲ ਹੈ, ਗਵਰਨਮੈਂਟ ਦੇ ਪਰਸਨ ਆ ਰੂਲ ਬਣਾਉਣਗੇ, ਤੁਹਾਡੇ ਤੇ ਲਾਗੂ ਕਰਨਗੇ, ਹੈ ਨਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ, ਰੂਲ ਬਣਾ ਲਿੱਤੇ ਜਾਣਗੇ, ਰੂਲ ਤੁਹਾਡੇ ਤੇ ਇੰਪਲੀਮੈਂਟ ਕਰ ਦਿੱਤੇ ਜਾਣਗੇ। ਠੀਕ ਹੈ। ਇਸ ਤੋਂ ਇਲਾਵਾ ਹੈਗਾ ਕਿ ਹਾਇਰ ਪੋਸਟ ਦੇ ਉੱਤੇ ਸਿਰਫ ਉਹਨਾਂ ਨੂੰ ਅਪੁਆਇੰਟ ਕੀਤਾ ਜਾਂਦਾ ਸੀ ਜਿਹੜੇ ਕਿ ਰਾਜੇ ਦੇ ਖੁਦ ਦੇ ਪਰਸਨ ਹੁੰਦੇ ਸੀ। ਮਤਲਬ ਜਿੱਦਾਂ ਦਰਬਾਰ ਦੇ ਵਿੱਚ ਉਹਦੇ ਖੁਦ ਦੇ ਪਰਸਨ ਹੁੰਦੇ ਸੀ ਨਾ, ਸਿਰਫ ਉਹਨਾਂ ਨੂੰ ਹੀ ਹਾਇਰ ਪੋਸਟ ਦੇ ਉੱਤੇ ਅਪੁਆਇੰਟ ਕੀਤਾ ਜਾਂਦਾ ਸੀਗਾ। ਉਸ ਤੋਂ ਇਲਾਵਾ ਹੈਗਾ ਉਹਨਾਂ ਨੂੰ ਹਾਇਰ ਪੋਸਟ ਤੇ ਤਾਂ ਅਪੁਆਇੰਟ ਕੀਤਾ ਹੀ ਜਾਂਦਾ ਸੀਗਾ, ਨਾਲ ਦੇ ਨਾਲ ਜਿਹੜਾ ਹੈਗਾ ਵਾ ਉਹਨਾਂ ਨੂੰ ਨਾ
ਤਨਖਾਹ ਜਿਹੜੀ ਆ ਮੋਸਟਲੀ ਇੱਦਾਂ ਹੀ ਮਤਲਬ ਪੇਮੈਂਟ ਨਹੀਂ ਸੀ ਦਿੱਤੀ ਜਾਂਦੀ, ਕੈਸ਼ ਨਹੀਂ ਸੀ ਉਹਨਾਂ ਨੂੰ ਪਕੜਾਇਆ ਜਾਂਦਾ, ਉਹਨਾਂ ਨੂੰ ਜ਼ਮੀਨ ਦੇ ਦਿੱਤੀ ਜਾਂਦੀ ਸੀ, ਜਿਹੜੀ ਜ਼ਮੀਨ ਦੇ ਵਿੱਚੋਂ ਜੋ ਵੀ ਟੈਕਸਿਸ ਵਗੈਰਾ ਬਚਦਾ ਹੁੰਦਾ ਸੀ ਉਹ ਪਰਸਨ ਦਾ ਹੁੰਦਾ ਸੀ। ਠੀਕ ਹੈ, ਸੋ ਇਸ ਤਰ੍ਹਾਂ ਕਹਿੰਦੇ ਇਸ ਤੋਂ ਇਲਾਵਾ ਜਿਹੜਾ ਲੁੱਟ ਮਾਰ ਦਾ ਮਾਲ ਹੁੰਦਾ ਸੀਗਾ, ਜਿਹਨੂੰ ਪਲਾਉਂਡਰ ਬੋਲ ਦਿੰਦੇ ਹੈਗੇ, ਲੁੱਟ ਮਾਰ ਦਾ ਜਿਹੜਾ ਮਾਲ ਹੁੰਦਾ ਸੀ ਨਾ, ਉਹ ਵੀ ਉਹਨਾਂ ਨੂੰ ਡਿਸਟ੍ਰੀਬਿਊਟ ਕਰ ਦਿੱਤਾ ਜਾਂਦਾ ਸੀਗਾ। ਕਹਿੰਦੇ ਪ੍ਰੋਵਿੰਸ਼ੀਅਲ ਐਡਮਿਨਿਸਟ੍ਰੇਸ਼ਨ ਕਿੱਦਾਂ ਦਾ ਸੀ? ਪ੍ਰੋਵਿੰਸ਼ੀਅਲ ਦਾ ਮਤਲਬ ਹੁੰਦਾ ਪ੍ਰਾਂਤਾਂ ਦਾ ਐਡਮਿਨਿਸਟ੍ਰੇਸ਼ਨ। ਅਸੀਂ ਕਹਿਣਾ ਹੈ ਕਿ ਪ੍ਰਾਂਤ ਜਿਹੜੇ ਸੀ ਉਹ ਵੀ ਮਤਲਬ ਉੱਥੇ ਉਸ ਟਾਈਮ ਪੀਰੀਅਡ ਦੇ ਵਿੱਚ ਹੁੰਦੇ ਸੀਗੇ। 7-8 ਜਿਹੜੇ ਸੀਗੇ ਇਹ ਮੰਡਲ ਹੁੰਦੇ ਸੀ। ਮੰਡਲ ਪੰਜਾਬੀ ਇੰਗਲਿਸ਼ ਮੰਡਲ ਹੀ ਹੁੰਦਾ, ਠੀਕ ਹੈ ਨਾ। ਮੰਡਲ ਦੀ ਜਗ੍ਹਾ ਤੇ ਪ੍ਰੋਵਿੰਸ਼ੀਅਲ ਵੀ ਲਿਖ ਸਕਦੇ ਹੋ ਕਿ ਉਹਨਾਂ ਦੇ ਵਿੱਚ ਨਾ ਐਡਮਿਨਿਸਟ੍ਰੇਸ਼ਨ ਜਿਹੜਾ ਹੁੰਦਾ ਸੀ, ਪ੍ਰਾਂਤ ਜਿਹੜੇ ਹੁੰਦੇ ਸੀਗੇ 7-8 ਹੁੰਦੇ ਸੀਗੇ, ਜਿਨ੍ਹਾਂ ਦੇ ਵਿੱਚ ਇੱਕ ਮਤਲਬ ਹੈਡ ਬਣਾ ਦਿੱਤਾ ਜਾਂਦਾ ਸੀਗਾ, ਜਿਹੜਾ ਉਸ ਪ੍ਰਾਂਤ ਦੇ ਵਿੱਚ ਰਹਿ ਕੇ ਉਸ ਦੇ ਵਿੱਚ ਸ਼ਾਂਤੀ ਬਣਾਉਣ ਦਾ ਕੰਮ ਕਰਦਾ ਹੁੰਦਾ ਸੀ, ਜਾਂ ਫਿਰ ਕਹਿ ਲਓ ਕਿ ਉਹ ਪਰਸਨਾਂ ਦੀ ਹੈਲਪ ਕਰਦਾ ਹੁੰਦਾ ਸੀਗਾ। ਠੀਕ ਹੈ, ਇਸ ਤਰ੍ਹਾਂ ਦੇ ਨਾਲ। ਉਸ ਤੋਂ ਇਲਾਵਾ ਕਹਿੰਦੇ ਕਿ ਜਿਹੜਾ ਪ੍ਰਾਂਤ ਹੁੰਦਾ ਸੀ ਨਾ, ਉਹਨੂੰ ਹੋਰ ਅੱਗਿਓਂ ਡਿਸਟ੍ਰੀਬਿਊਟ ਕੀਤਾ ਜਾਂਦਾ ਹੁੰਦਾ ਸੀ ਵਲਨਾਈਡੂ ਤੇ ਨਾਇਡੂ ਵਿੱਚ। ਯਾਦ ਹੋਵੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਨਾਇਡੂ ਤੇ ਵਲਨਾਈਡੂ ਕਰਵਾਏ ਹੋਏ ਨੇ, ਹਨਾ। ਸੋ ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਡਿਸਟ੍ਰੀਬਿਊਟ ਕੀਤਾ ਹੁੰਦਾ ਸੀਗਾ। ਉਸ ਤੋਂ ਇਲਾਵਾ ਹੈਗਾ ਵਾ ਕਹਿੰਦੇ ਕਿ ਲੋਕਲ ਗਵਰਨਮੈਂਟ ਕਿਹੜੀ ਸੀ? ਲੋਕਲ ਗਵਰਨਮੈਂਟ ਦੇ ਵਿੱਚ ਅਸੀਂ ਕਵਾਂਗੇ ਕਿ ਲੋਕਲ ਗਵਰਨਮੈਂਟ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਹੁੰਦੀਆਂ ਸੀਗੀਆਂ, ਠੀਕ ਹੈ, ਜਾਂ ਫਿਰ ਕਹਿ ਲਓ ਕਿ ਸਭਾ ਔਰ ਸਮਿਤੀ ਹੁੰਦੇ ਸੀਗੇ। ਤਾਂ ਪਿੰਡਾਂ ਦੀ ਪੰਚਾਇਤ ਕਿਹੜੇ ਕੰਮ ਕਰਦੀ ਸੀ? ਅਸੀਂ ਕਵਾਂਗੇ ਕਿ ਜਿਹੜੀ ਪਿੰਡਾਂ ਦੀ ਪੰਚਾਇਤ ਸੀਗੀ ਮੋਸਟਲੀ ਉਹਦੇ ਵਿੱਚ ਸਭਾ ਹੁੰਦੀ ਸੀ ਤੇ ਉਰ 2 ਵਰਡ ਹੁੰਦੇ ਸੀ। ਉਰ ਕੌਣ ਹੁੰਦਾ ਸੀ? ਉਰ ਉਹ ਹੁੰਦੇ ਸੀਗੇ ਜਿਹੜੇ ਬ੍ਰਾਹਮਣ ਲੋਕ ਹੋਣ, ਠੀਕ ਹੈ, ਜਿਹੜੇ ਕਿ ਮਤਲਬ ਮੋਸਟਲੀ ਲੋਕਾਂ ਨੂੰ ਸਿੱਖਿਆ ਵਗੈਰਾ ਦੇਣ ਦਾ ਕੰਮ ਕਰਦੇ ਹੁੰਦੇ ਸੀਗੇ। ਤੇ ਜਿਹੜੀ ਸਭਾ ਹੁੰਦੀ ਸੀ ਇਹ ਮੋਸਟਲੀ ਪਿੰਡਾਂ ਦੇ ਲੋਕਾਂ ਦੇ ਲਈ ਬਣਾਈ ਜਾਂਦੀ ਸੀ, ਠੀਕ ਹੈ। ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ ਉਹਨਾਂ ਦੇ ਲਈ ਕੀ ਬਣਾਈ ਜਾਂਦੀ ਸੀ? ਸਭਾ ਬਣਾਈ ਜਾਂਦੀ ਸੀ। ਸੋ ਕਹਿੰਦੇ ਕਿ ਪਿੰਡਾਂ ਦੇ ਵਿੱਚ ਸ਼ਾਂਤੀ ਬਣਾਉਣਾ ਜਾਂ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਕਰਨ ਦਾ ਕੰਮ ਸਭਾ ਦਾ ਹੁੰਦਾ ਸੀਗਾ, ਠੀਕ ਹੈ। ਇਸ ਤੋਂ ਇਲਾਵਾ ਹੈਗਾ ਕਹਿੰਦੇ ਕਿ ਜਿਹੜੇ ਵਿਅਕਤੀ ਮਤਲਬ ਬਹੁਤ ਜ਼ਿਆਦਾ ਕੈਪੇਬਲ ਨੇ, ਬਹੁਤ ਜ਼ਿਆਦਾ ਯੋਗ ਨੇ, ਕਹਿੰਦੇ ਉਹਨਾਂ ਦੇ ਲਈ ਕਹਿੰਦੇ ਕਿ ਜ਼ਮੀਨ ਉਹਨਾਂ ਨੂੰ ਦੇ ਦਿੱਤੀ ਜਾਂਦੀ ਸੀ। ਜ਼ਮੀਨ ਦੇ ਬਦਲੇ ਉਹ ਆਪਣੇ ਕੋਲ ਪਰਸਨ ਮਿਲਟਰੀ ਰੱਖ ਲੈਂਦੇ ਹੁੰਦੇ ਸੀ। ਜਦੋਂ ਕਿੰਗ ਨੂੰ ਜ਼ਰੂਰਤ ਪੈਂਦੀ ਸੀ ਉਦੋਂ ਉਹਨਾਂ ਨੂੰ ਕਿੰਗ ਨੂੰ ਜਾਣੀ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਮਿਲਟਰੀ ਜਿਹੜੀ ਆ ਉਹ ਪਕੜਾ ਦਿੱਤੀ ਜਾਂਦੀ ਸੀ, ਠੀਕ ਹੈ। ਮੋਸਟਲੀ ਹਰੇਕ ਦੇ ਵਿੱਚ ਇੱਕੋ ਜਿਹੀਆਂ ਹੀ ਚੀਜ਼ਾਂ ਲਿਖੀਆਂ ਗਈਆਂ ਨੇ, ਇਸ ਲਈ ਮੈਂ ਬੋਲਦੀ ਹੁੰਦੀ ਇੱਕ ਨੂੰ ਹੀ ਚੰਗੀ ਤਰ੍ਹਾਂ ਯਾਦ ਕਰ ਲਓ। ਸੋ ਕਹਿੰਦੇ ਕਿ ਬਹੁਤ ਵਾਰ ਨਾ ਮਤਲਬ ਯੋਜਨਾਵਾਂ ਪਲੈਨਿੰਗ ਵਗੈਰਾ ਬਣਾਈਆਂ ਜਾਂਦੀਆਂ ਸੀਗੀਆਂ ਤੇ ਪਿੰਡਾਂ ਦੇ ਉੱਤੇ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਸੀ। ਲੇਕਿਨ ਕਹਿੰਦੇ ਕਿ ਜਦੋਂ ਵੀ ਕੋਈ ਯੋਜਨਾ, ਕੋਈ ਪਲੈਨਿੰਗ ਕੁਛ ਵੀ ਕੀਤਾ ਜਾਂਦਾ ਸੀ ਨਾ, ਉਸ ਏਰੀਆ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਂਦਾ ਸੀ। ਮੰਨ ਲਓ ਕਿ ਉਹਨਾਂ ਨੇ ਟੈਕਸ ਲਗਾਉਣੇ ਆ, ਹੁਣ ਟੈਕਸ ਉਹ ਤਾਂ ਵਧਾਉਂਦੇ ਸੀ ਜੇ ਉਹਨਾਂ ਨੂੰ ਲੱਗਦਾ ਕਿ ਹਾਂ ਏਰੀਏ 'ਚ ਥੋੜ੍ਹੀ ਬਹੁਤੀ ਡਿਵੈਲਪਮੈਂਟ ਹੋਈ ਹੈ, ਤਾਂ ਇਸ ਏਰੀਏ ਦੇ ਵਿੱਚ ਜੇ ਅਸੀਂ ਟੈਕਸ ਵਗੈਰਾ ਜ਼ਿਆਦਾ ਲਗਾ ਵੀ ਦੇਵਾਂਗੇ ਤਾਂ ਲੋਕਾਂ ਨੂੰ ਪ੍ਰੋਬਲਮ ਨਹੀਂ ਹੋਏਗੀ। ਕਲੀਅਰ? ਉਸ ਤੋਂ ਬਾਅਦ ਫਾਈਨੈਂਸ਼ੀਅਲ ਸਿਸਟਮ ਕਿੱਦਾਂ ਦਾ ਸੀ? ਅਸੀਂ ਕਹਿਣਾ 1/4 ਜਾਂ 1/3 ਜਿਹੜਾ ਪਾਰਟ ਆ ਫਾਈਨਾਂਸ ਦੇ ਬੇਸਿਸ ਦੇ ਉੱਤੇ ਲਿਆ ਜਾਂਦਾ ਸੀ, ਠੀਕ ਹੈ, ਫਾਈਨੈਂਸ਼ੀਅਲ ਦੇ ਬੇਸਿਸ ਤੇ ਲਿਆ ਜਾਂਦਾ ਸੀ। ਸੋ ਕਹਿੰਦੇ ਜੇ ਕੋਈ ਕਿਸਾਨ 2 ਜਾਂ 2 ਤੋਂ ਜ਼ਿਆਦਾ ਸਮੇਂ ਤੱਕ ਮਤਲਬ ਆਪਣਾ ਟੈਕਸਿਸ ਨਹੀਂ ਪੇ ਕਰ ਰਿਹਾ ਹੁੰਦਾ ਸੀ ਜਾਂ ਉਹ ਕੋ ਨਹੀਂ ਪੇ ਕਰ ਹੋ ਪਾ ਰਿਹਾ ਹੈਗਾ ਤੇ ਉਹਦੀ ਜ਼ਮੀਨ ਰੱਖ ਲਈ ਜਾਂਦੀ ਸੀਗੀ। ਮੋਸਟਲੀ ਕਹਿੰਦੇ ਕਿ ਜਿਹੜਾ ਫਿਕਸ ਕੀਤਾ ਹੁੰਦਾ ਸੀਗਾ ਕਿ ਇੰਨਾ ਹੀ ਜਿਹੜਾ ਟੈਕਸ ਹੈਗਾ ਉਹ ਮਤਲਬ ਲਿਆ ਜਾਏਗਾ। ਤਾਂ ਜਦੋਂ ਪਹਿਲਾਂ ਹੀ ਟੈਕਸ ਵਗੈਰਾ ਪਹਿਲਾਂ ਹੀ ਸਿਲੈਕਟ ਕਰ ਲਿਆ ਜਾਂਦਾ ਸੀ ਨਾ ਕਿ ਇੰਨਾ ਹੀ ਲਿਆ ਜਾਏਗਾ, ਸੋ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਚੇਂਜਿਸ ਨਹੀਂ ਸੀ ਕੀਤੀਆਂ ਜਾਂਦੀਆਂ, ਠੀਕ ਹੈ। ਸੋ ਚੇਂਜਿਸ ਨਹੀਂ ਕੀਤੀਆਂ ਜਾਣਗੀਆਂ। ਇਹਦੇ ਨਾਲ ਕੀ ਹੁੰਦਾ ਸੀਗਾ ਕਿ ਜਿੱਦਾਂ ਮੰਨ ਲਓ ਕਿ ਹੁਣ ਮੈਂ ਤੁਹਾਨੂੰ ਟੈਕਸ ਪੇ ਕਰਨ ਨੂੰ ਕਹਿ ਦਿੱਤਾ ਹੈਗਾ, ਠੀਕ ਹੈ, ਹੁਣ ਉਹਦੇ ਵਿੱਚ ਚੇਂਜਿਸ ਨਹੀਂ ਮੈਂ ਕਰ ਸਕਦੀ ਸ਼ੁਰੂ ਦੇ ਵਿੱਚ। ਕਿਉਂ ਨਹੀਂ ਚੇਂਜਿਸ ਸ਼ੁਰੂ ਦੇ ਵਿੱਚ? ਮਤਲਬ ਸ਼ੁਰੂ ਦੇ ਵਿੱਚ ਜੋ ਚੇਂਜਿਸ ਕਰਤਾ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਚੇਂਜਿਸ ਨਹੀਂ ਕੀਤਾ ਜਾਏਗਾ। ਕਿਉਂ? ਕਿਉਂਕਿ ਆਲਰੇਡੀ ਪਹਿਲਾ ਸਾਲ ਦਾ ਇੱਕ ਵਾਰੀ ਜਿਹੜਾ ਟੈਕਸ ਹੈਗਾ ਵਾ ਉਹ ਇਕੱਠਾ ਕਰਕੇ ਦੇ ਦਿੱਤਾ ਜਾਂਦਾ ਸੀਗਾ। ਸੋ ਕਹਿੰਦੇ ਇਸ ਤਰ੍ਹਾਂ ਅਸੀਂ ਦੇਖਦੇ ਹੈਗੇ ਆ ਕਿ ਟੈਕਸਿਸ ਜਿਹੜੇ ਹੈਗੇ ਆ ਆਲਰੇਡੀ ਪਹਿਲਾਂ ਹੀ ਸਿਲੈਕਟ ਕਰ ਲਏ ਜਾਂਦੇ ਸੀ। ਜੁਡੀਸ਼ਰੀ ਸਿਸਟਮ ਕਿੱਦਾਂ ਦਾ ਸੀਗਾ? ਜੁਡੀਸ਼ਰੀ ਸਿਸਟਮ ਕਹਿੰਦੇ ਅਸੀਂ ਦੇਖਦੇ ਹਾਂ ਮੋਸਟਲੀ ਮੁਕੱਦਮਿਆਂ, ਇੱਕ ਸੈਕਿੰਡ ਲਈ ਰੁਕਣਾ ਬੱਚੇ।
तो ਕਹਿੰਦੇ ਕਿ ਜੁਡੀਸ਼ਰੀ ਸਿਸਟਮ से ਦੇਖਦੇ ਹਾਂ ਕਿ ਮੋਸਟਲੀ ਤਾਂ ਵੈਸੇ ਰਾਜਾ ਹੀ ਕਰ ਦਿੰਦਾ ਹੁੰਦਾ ਸੀਗਾ, ਠੀਕ ਹੈ, ਸਾਰਾ ਕੰਮ। ਲੇਕਿਨ ਕਹਿੰਦੇ ਅਸੀਂ ਇਹ ਵੀ ਦੇਖਦੇ ਹਾਂ ਕਿ ਗਵਰਨਰ ਬਣਾਏ ਗਏ ਸੀਗੇ, ਤਹਿਸੀਲ ਬਣਾਈ ਗਈ ਸੀ, ਠੀਕ ਹੈ। ਸੋ ਗਵਰਨਰ, ਤਹਿਸੀਲ ਦੇ ਪਰਸਨ, ਸੋ ਕਹਿੰਦੇ ਕਦੇ ਕਦੇ ਜਿਹੜਾ ਨਿਆਂ ਹੈਗਾ ਵਾ ਇਹ ਵੀ ਪਰਸਨ ਕਰ ਦਿੰਦੇ ਹੁੰਦੇ ਸੀ, ਠੀਕ ਹੈ। ਸੋ ਤਹਿਸੀਲ ਵਗੈਰਾ ਦੇ ਪਰਸਨ ਵੀ ਜਦੋਂ ਨਿਆਂ ਕਰ ਦਿੰਦੇ ਹੁੰਦੇ ਸੀ, ਸੋ ਇਹਨਾਂ ਚੀਜ਼ਾਂ ਤੋਂ ਕੀ ਪਤਾ ਲੱਗਦਾ ਹੈਗਾ ਕਿ ਨਿਆਂ ਸਿਸਟਮ ਅੱਛਾ ਸੀ, ਠੀਕ ਹੈ। ਸੋ ਦੁਬਾਰਾ ਇਸੇ ਬਾਰੇ ਵਿੱਚ ਕਰਵਾਨੀ ਆ।